शैतान है ये उजड़े घरां दी दास्तां है साडे जेहरियां नूं साडे जेहरियां नूं परखदा हैवान है ਪੁੱਤ ਸਰਬੀਏ ਸੁਖਦੇਵ ਆਇਆ ਨਹੀਂ ਹਲੇ ਖੇਤੋਂ। ਕੀ ਕਿਹਾ ਬਾਪੂ? ਫਿਰ ਇਉਂ ਕਰ ਪਾਣੀ ਤੱਤਾ ਧਰਾ ਦੇ ਸਵੇਰ ਦਾ ਹੰਬਿਆ ਥੱਕਿਆ ਆਊਗਾ ਵਿਚਾਰਾ। ਪਾਣੀ ਤਾਂ ਕੌਣ ਦਾ ਰਿੱਝੀ ਜਾਂਦਾ ਹੈਗਾ, ਉਹ ਤਾਂ ਬਲਾਈ ਚਿਰ ਲਾਇਆ ਆ। ਐਤਕੀ ਤਾਂ ਕਈ ਦਿਨ ਹੋ ਗਏ ਪੱਧਰੀ ਕਰਦੇ ਨੂੰ ਜ਼ਮੀਨ, ਫੇਰ ਕਣਕ ਬੀਜੀ ਸੀ, ਫੇਰ ਵੀ ਇੰਨਾ ਟਾਈਮ ਲੱਗ ਗਿਆ ਪਾਣੀ ਲਾਉਣ ਨੂੰ। ਉਹ ਪਹਿਲਾ ਪਾਣੀ ਲਾਉਣਾ ਕਣਕ ਨੂੰ, ਕਿਤੋਂ ਉੱਚੀ ਨੀਵੀਂ ਰਹਿ ਜਾਂਦੀ ਆ ਪੈਲੀ। ਲੈ ਉੱਚੀ ਨੀਵੀਂ ਕਿੱਥੇ ਬਾਪੂ, ਪੈਲੀ ਤਾਂ ਬਾਈ ਹੁਰਾਂ ਨੇ ਬਣਾਤੀ ਹਾਕੀ ਦੇ ਗਰਾਊਂਡ ਵਰਗੀ। ਤੈਨੂੰ ਘਰੇ ਬੈਠੀ ਨੂੰ ਕਿੱਥੋਂ ਸੁਪਨਾ ਆ ਗਿਆ? ਸੁਪਨਾ ਨਹੀਂ ਬਾਪੂ, ਮੈਂ ਗੱਲ ਗਈ ਸਾਂ ਬਾਈ ਹੁਰਾਂ ਨਾਲ ਖੇਤ। ਨਾਲੇ ਤੈਨੂੰ ਪਤਾ ਬਾਪੂ, ਬਾਈ ਨੇ ਆਪਣੇ ਖੇਤ ਕੋਠੇ ਦੇ ਨਾਲ ਨਾਲ ਬਲਾਈ ਸੋਹਣੇ ਫੁੱਲਾਂ ਦੇ ਬੂਟੇ ਲਾਏ ਆ। ਲੈ ਫੁੱਲਾਂ ਵਾਲੇ ਬੂਟੇ ਤੇ ਹੋਰ ਬੇਬੇ, ਨਾਲੇ ਕਿੰਨੂਆਂ ਦੇ ਨਾਲੇ ਅਮਰੂਦਾਂ ਦੇ। ਐਤਕੀ ਤਾਂ ਲੱਜਦੀ ਆਜੂ ਅਮਰੂਦ ਖਾਂਦੀ, ਮੈਂ ਤਾਂ ਹੀ ਤੋੜ ਤੋੜ ਖਾਇਆ ਕਰਨੇ ਆ। ਉਹ ਚੱਲ ਚੰਗਾ ਚੰਗਾ, ਅਮਰੂਦ ਬਾਅਦ ਤੋੜ ਕੇ ਖਾ ਲਈ। ਤੂੰ ਇਉਂ ਕਰ ਪਹਿਲਾਂ ਅੰਦਰ ਜਾ ਕੇ ਟਾਈਮ ਦੇਖ ਕੇ, ਮੈਂ ਦੇਖ ਕੇ ਨਾ ਸੁਖਦੇਵ ਹੋਣਾ ਨੂੰ ਨਹੀਂ। ਨਾ ਟਾਈਮ ਕਾਤੇ ਦੇਖ ਕੇ ਆਊਗੀ ਹੈ? ਆ ਟਾਈਮ ਪੀਸ ਕੰਧ ਤੇ ਮੂੰਹ ਦੇਖਣ ਨੂੰ ਲਾਇਆ। ਇਹ ਕੱਲ ਖੇਤ ਗਈ ਸੀ, ਉੱਥੇ ਲੈ ਸੀ ਚੱਕ ਕੇ ਖੇਤ ਵਾਲੇ ਕੋਠੀ 'ਚ ਰੱਖਿਆ, ਕਹਿੰਦੀ ਬਲਾਈ ਸੋਹਣਾ ਲੱਗ। ਫਿਰ ਇਉਂ ਕਰੋ ਸਾਰਾ ਕੁਝ ਚੱਕ ਕੇ ਨਾ ਕੋਠੇ 'ਚ ਹੀ ਰੱਖਿਓ। ਤੈਨੂੰ ਕੀ ਪਤਾ ਬਾਪੂ, ਕੋਠਾ ਪਤਾ ਕਿੰਨਾ ਸੋਹਣਾ ਬਣਾਇਆ ਬਾਈ ਹੁਰਾਂ ਨੇ। ਕੋਠਾ ਤਾਂ ਐ ਲੱਗਦਾ ਜਿਵੇਂ ਨਵੀਂ ਵਿਆਹੀ ਬਹੂ ਹੁੰਦੀ ਆ। ਮੇਰਾ ਤਾਂ ਬਲਾਈ ਜੀ ਲੱਗਦਾ ਉੱਥੇ ਜਾ ਕੇ, ਘਰੇ ਆਉਣ ਨੂੰ ਚਿੱਤ ਹੀ ਨਹੀਂ ਕਰਦਾ। ਬਸ ਕਰਨੀ ਕੁੜੀਏ, ਬਹੁਤੀਆਂ ਸਿੱਤਾਂ ਨਾ ਕਰ, ਐਵੇਂ ਨਾ ਖੇਤਾਂ ਨੂੰ ਨਜ਼ਰ ਲਾ ਦੀ ਕਿਤੇ। ਨਾ ਐ ਕਿਵੇਂ ਨਜ਼ਰ ਲੱਗ ਜੂ ਖੇਤਾਂ ਨੂੰ? ਉਹ ਤੇਰੇ ਪੁੱਤ ਨੇ ਖੂਨ ਪਸੀਨਾ ਇੱਕ ਕਰਕੇ ਧਰਤੀ ਪੱਧਰੀ ਕੀਤੀ ਆ, ਐ ਕਿਵੇਂ ਨਜ਼ਰ ਲੱਗ ਜੂਗੀ? ਉਹ ਦੇਖ ਲੈ ਨਸੀਬ ਕੋਰੇ, ਉਹ ਹੈ ਤਾਂ ਪੜਾਕੂ ਜਿਹਾ, ਪਰ ਕੰਮ ਨੂੰ ਬਹੁਤ ਤਕੜਾ, ਨਾਲੇ ਕਦੇ ਫੇਲ ਵੀ ਨਹੀਂ ਹੋਇਆ ਹਨਾ। ਚੱਲ ਛੱਡ ਛੱਡ ਇਹਨਾਂ ਗੱਲਾਂ, ਮੈਂ ਦੁੱਧ ਪਾਇਆ। ਚੰਗਾ ਪੁੱਤ, ਖੇਤਾਂ ਨੂੰ ਵੀ ਨਜ਼ਰਾਂ ਲੱਗ ਜਾਂਦੀਆਂ ਹੁੰਦੀਆਂ ਨੇ। ਕਿਉਂ ਬੇਬੇ? ਆ ਦੇਖ ਲੈ, ਤੇਰਾ ਮਾਮਾ ਕਿੰਨਾ ਪਿਆਰ ਕਰਦਾ ਸੀ ਆਪਣੇ ਖੇਤਾਂ ਨੂੰ। ਦਿਨ ਰਾਤ ਚੰਦਰਾ ਖੇਤ ਹੀ ਰਹਿੰਦਾ ਸੀ। ਕਿਵੇਂ ਮਿੱਟੀ ਨਾਲ ਮਿੱਟੀ ਹੋ ਕੇ ਆਪਦੀ ਜ਼ਮੀਨ ਪੱਧਰੀ ਕੀਤੀ ਸੀ। ਅੱਗ ਲੱਗ ਜੇ ਇਹੀ ਜੀ ਹਕੂਮਤ ਨੂੰ, ਅੱਗ ਲੱਗ ਜੇ ਫੌਜੀ ਛਾਉਣੀਆਂ ਨੂੰ, ਪਿੰਡਾਂ ਦੇ ਪਿੰਡ ਉਜਾੜ ਕੇ ਰੱਖਤੇ ਇਹਨਾਂ ਨੇ। ਫੌਜੀ ਛਾਉਣੀਆਂ ਨੇ ਘਰ ਉਜਾੜਤੇ ਬੇਬੇ? ਹਾਂ ਪੁੱਤ, ਘਰ ਉਜਾੜ ਕੇ ਰੱਖਤੇ ਇਹਨਾਂ ਨੇ। ਤੈਨੂੰ ਨਹੀਂ ਪਤਾ, ਉਹ ਤਾਂ ਮੈਂ ਵੀ ਤੇਰੇ ਜਿੱਡੀ ਕੀ ਹੁੰਦੀ ਸੀ। ਆਪਣਾ ਬਠਿੰਡੇ ਕੋਲੇ ਪਿੰਡ ਹੁੰਦਾ ਸੀ ਮਹਿਣਾ। ਮਹਿਣੇ ਸਾਡੇ ਬਲਾਈ ਸੋਹਣੇ ਖੇਤ ਹੁੰਦੇ ਸੀ ਪੁੱਤ, ਬਲਾਈ ਸੋਹਣਾ ਸਾਡਾ ਘਰ ਹੁੰਦਾ ਸੀ। ਸੱਚੀ ਬੇਬੇ? ਹਾਂ ਪੁੱਤ, ਅੱਗ ਲੱਗ ਜੇ ਹਕੂਮਤ ਨੂੰ, ਮਿੰਟਾਂ ਸਕਿੰਟਾਂ 'ਚ ਉਜਾੜ ਕੇ ਰੱਖਤੇ ਬਸਦੇ ਰਸਤੇ ਘਰ। ਉਜਾੜ ਕਿਉਂ ਦਿੱਤੇ ਬੇਬੇ? ਕਹਿੰਦੇ ਪੁੱਤ ਫੌਜੀ ਛਾਉਣੀ ਬਣਾਉਣੀ ਐ, ਫੌਜੀ ਛਾਉਣੀ ਬਣਾਉਣ ਦੇ ਨਾਂ ਥੱਲੇ ਪਿੰਡਾਂ ਦੇ ਪਿੰਡ ਉਜਾੜਦੇ, ਠੇ ਬਣਾ ਕੇ ਰੱਖਤੇ। ਜਦ ਮੈਂ ਤੇਰੀ ਭੂਆ ਕੋਲੇ ਜਾਨੀ ਆ ਨਾ ਬਠਿੰਡੇ ਵਿੱਚ ਦੀ ਲੰਘ ਕੇ, ਤਾਂ ਸਾਡਾ ਪਿੰਡ ਜਮਾਂ ਸੜਕ ਦੇ ਉੱਤੇ ਸੀ ਪੁੱਤ। ਜਦ ਮੈਂ ਦੇਖਦੀ ਆ ਸਾਡੇ ਢਹੇ ਹੋਏ ਘਰ, ਸਾਡੇ ਉਜੜੇ ਹੋਏ ਖੇਤ, ਤਾਂ ਫਿਰ ਕਾਲਜੇ 'ਚੋਂ ਰੁੱਖ ਭਰ ਜਾਂਦਾ, ਨੰਗ ਵੀ ਨਹੀਂ ਹੁੰਦਾ ਉੱਥੋਂ ਦੀ।
ਚੰਨ ਅੰਬਰਾਂ ਦੇ ਵਿੱਚ ਹੱਸਦਾ, ਚੰਨ ਅੰਬਰਾਂ ਦੇ ਵਿੱਚ ਹੱਸਦਾ। ਉਹ ਇੱਕ ਵਾਰੀ ਵੇਖ ਆਣ ਕੇ ਸਾਡੇ ਖੇਤਾਂ ਵਿੱਚ ਰੱਬ ਵਸਦਾ, ਸਾਡੇ ਖੇਤਾਂ ਵਿੱਚ ਰੱਬ ਵਸਦਾ, ਸਾਡੇ ਖੇਤਾਂ ਵਿੱਚ ਰੱਬ ਵਸਦਾ। ਅੱਜ ਤਾਂ ਮੇਰਾ ਪੁੱਤ ਗਾਉਂਦਾ ਹੀ ਆਉਂਦਾ, ਇਹਨੂੰ ਵੀ ਆਪਦੇ ਮਾਮੇ ਵਾਲੀ ਬਣ। ਨਾਲੇ ਇਹਦਾ ਮਾਮਾ ਹਲ ਵਾਹੀ ਜਾਂਦਾ, ਨਾਲੇ ਕਲੀਆਂ ਲਾਈ ਜਾਂਦਾ। ਉਹ ਬੱਲੇ ਉਹ ਸ਼ੇਰਾ, ਉਹ ਅੱਜ ਤੱਕ ਵੇਲੇ ਹੀ ਕਰ ਆਇਆ। ਉਹ ਕਾਹਦਾ ਕਬੇਲਾ ਬਾਪੂ, ਅੱਜ ਤਾਂ ਖਾਲੇ ਸੀ ਕਾਲੇ ਨਾਗ ਨੇ। ਹੈਂ, ਕਾਲੇ ਨਾਗ ਨੇ? ਹੋਰ ਬਾਪੂ, ਮੈਂ ਤਾਂ ਮੋਟਰ ਬੰਦ ਕਰਕੇ ਕੋਠੇ ਨੂੰ ਜਿੰਦਾ ਲਾ ਕੇ ਘਰ ਨੂੰ ਆਉਂਦਾ ਸੀ। ਨਾ ਫੇਰ ਕੀ ਬੇਬੇ, ਜਦੋਂ ਆਇਆ ਪਹੀ ਤੇ ਫੈਕਟਰੀ ਦੀ ਕੰਧ ਨਾਲ ਆਵੇ ਮੇਲ ਦਾ, ਪਹਿਲਾਂ ਤਾਂ ਮੈਂ ਦੇਖ ਕੇ ਡਰ ਜੇ ਗਿਆ, ਫਿਰ ਮਾਰੀ ਮੇਰੇ ਸਾਲੇ ਦੇ ਚਲਾਵੀਂ ਕਹੀ। ਮਾਰਤਾ ਫਿਰ ਬਾਈ ਸੱਪ? ਉਹ ਕਿੱਥੇ ਮਾਰਤਾ, ਉਹ ਤਾਂ ਫਨ ਚੱਕ ਕੇ ਖੜ ਗਿਆ, ਫਕਾਰੇ ਮਾਰੇ। ਉਹ ਤਾਂ ਕੁਦਰਤੀ ਧਿਆਨੇ ਕਾ ਸੀਰੀ ਆ ਗਿਆ ਭੱਜ ਕੇ, ਤੇ ਨਾਲ 2-3 ਭਈਏ ਆ ਗਏ ਰੌਲਾ ਸੁਣ ਕੇ, ਫਿਰ ਮਸਾਂ ਮਾਰਿਆ ਸੀ ਇਕੱਠੇ ਹੋ ਕੇ ਰੋੜਿਆਂ ਵੇ ਨਾਲ। ਪੁੱਤ, ਕੋਈ ਕੱਪੜਾ ਕੁਪੜਾ ਪਾ ਕੇ ਦੱਬ ਦੇਣਾ ਸੀ ਉਹ। ਮੈਂ ਤਾਂ ਸੋਚਿਆ ਕਿਤੇ ਪੈਲੀ ਨਾ ਉੱਚੀ ਨੀਵੀਂ ਰਹਿ ਗਈ ਹੋਵੇ, ਕਿਤੇ ਪਾਣੀ ਨਾ ਚੜਦਾ ਹੋਵੇ। ਬਾਪੂ ਹੁਣ ਪੈਲੀ ਉੱਚੀ ਨੀਵੀਂ ਕਿਵੇਂ ਰਹਿ ਜੂ, ਪੂਰਾ ਤਾਂ ਮਹੀਨਾ ਲਾਤਾ ਪੱਧਰੀ ਕਰਦਿਆਂ ਨੇ। ਬੱਲੇ ਉਹ ਸ਼ੇਰਾ, ਤੇਰੀ ਮਿਹਨਤ ਰੰਗ ਲਿਆਈ। ਵੇ ਪੁੱਤ, ਨਹਾ ਕੇ ਰੋਟੀ ਖਾ ਲਾ। ਪੁੱਤ ਸੁਖਦੇਵ, ਮੈਂ ਤਾਂ ਉੜਦੀ ਜੀ ਗੱਲ ਸੁਣੀ ਆ ਵੀ ਸਰਕਾਰ ਨੇ ਨਾ 3 ਕਾਲੇ ਕਾਨੂੰਨ ਪਾਸ ਕੀਤੇ ਆ। ਕੋਈ ਹੈ ਤਾਂ ਆਪਾਂ ਜਾਮੇ ਮਾਰੇ ਜਾਵਾਂਗੇ। ਉਹ ਤਾਂ ਧੱਕੇ ਨਾਲ ਜ਼ਮੀਨਾਂ ਖੋਣਗੇ ਆਪਾਂ ਤੋਂ, ਧੱਕੇ ਨਾਲ ਕਬਜ਼ੇ ਕਰਨਗੇ ਜ਼ਮੀਨਾਂ ਤੇ। ਜਿਹੜਾ ਵੇਚੂ ਉਹਦੀ ਖਰੀਦੂ, ਜਿਹਨੇ ਵੇਚਣੀ ਨਹੀਂ ਉਹਦੇ ਨਾਲ ਧੱਕਾ ਕਿਵੇਂ ਕਰ ਲੈਣਗੇ? ਉਹ ਪੁੱਤਰਾ, ਮੈਂ ਤਾਂ ਸੁਣਿਆ ਵੀ ਜਿਹੜਾ ਵੇਚੂਗਾ ਉਹ ਵੇਚੂਗਾ, ਨਹੀਂ ਉਹ ਤਾਂ ਭਾਈ ਧੱਕੇ ਨਾਲ ਖੋਣਗੇ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਪਿੰਡ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਭਾਈ ਕਿ ਸਮੇਂ ਦੀ ਸਰਕਾਰ 3 ਖੇਤੀ ਆਰਡੀਨੈਂਸ ਲੈ ਕੇ ਆਈ ਆ। ਸਾਡੀਆਂ ਜ਼ਮੀਨਾਂ ਨੂੰ ਹੜੱਪਣ ਆ ਰਹੇ ਆ, ਜ਼ਮੀਨਾਂ ਖੋਹਣ ਆ ਰਹੇ ਆ। ਇਹਦੇ ਸੰਬੰਧ 'ਚ ਯੂਨੀਅਨ ਵੱਲੋਂ ਕੱਲ ਨੂੰ ਵੱਡੀ ਸੱਥ ਦੇ ਵਿੱਚ ਇਕੱਠ ਸੱਦਿਆ ਜਾ ਰਿਹਾ। ਸਾਰੇ ਮਜ਼ਦੂਰਾਂ ਭਰਾਵਾਂ ਨੂੰ, ਕਿਸਾਨ ਭਰਾਵਾਂ ਨੂੰ ਬੇਨਤੀ ਆ, ਨੌਜਵਾਨਾਂ ਨੂੰ ਬੇਨਤੀ ਆ ਕਿ ਸਾਰੇ ਇਕੱਠੇ ਹੋ ਕੇ ਵੱਡੀ ਧਰਮਸ਼ਾਲਾ ਦੇ ਵਿੱਚ ਪਹੁੰਚ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਤਾਂ ਸੁਖਦੇਵ ਜਮਾ ਹੀ ਮਾਰੇ ਜਾਵਾਂਗੇ ਆਪਾਂ, ਹੈ ਤਾਂ ਜਮਾ ਪੱਟੇ ਜਾਵਾਂਗੇ ਆਪਾਂ। ਐਂ ਕਿਵੇਂ ਕਰ ਲੈਣਗੇ ਕਬਜ਼ਾ ਬਾਪੂ, ਅਸੀਂ ਮਰ ਗਏ। ਉਹ ਪੁੱਤਰਾ, ਫੌਜ ਇਹਨਾਂ ਦੇ ਨਾਲ, ਪੁਲਿਸ ਇਹਨਾਂ ਦੇ ਨਾਲ, ਇਹ ਤਾਂ ਧੱਕੇ ਨਾਲ ਕਬਜ਼ੇ ਕਰਨਗੇ। ਸਾਰਾ ਲੌਂਗ ਲੈਣਾ ਤਾਂ ਇਹਨਾਂ ਦੇ ਨਾਲ ਆ। ਇਹ ਤਾਂ ਬਹੁਤ ਕੁਝ ਜਰਨਾ ਪੈਣਾ ਪੁੱਤਰਾ। ਐਂ ਕਿਵੇਂ ਜਰਾਂਗੇ ਬਾਪੂ, ਸੱਪਾਂ ਦੀਆਂ ਸਿਰੀਆਂ ਫੇ ਪੱਧਰੀ ਕੀਤੀ ਸੀ ਮੈਂ ਧਰਤੀ। ਕੀ ਬਣੂਗਾ ਮੇਰੀਆਂ ਲਹਿਰਾਉਂਦੀਆਂ ਫਸਲਾਂ ਦਾ, ਕੀ ਬਣੇਗਾ ਮੇਰੀਆਂ ਜ਼ਮੀਨਾਂ ਦਾ? ਕਿੱਲਾਂ ਵਾਲੇ ਬੂਟ ਮੇਰੀਆਂ ਫਸਲਾਂ ਤੇ ਚੱਲਣਗੇ, ਮੋਟੇ ਭਾਰੀ ਕਿੱਲਾਂ ਵਾਲੇ ਬੂਟ ਮੇਰੇ ਚਾਵਾਂ ਨਾਲ ਲਾਏ ਹੱਥੀ ਫੁੱਲਾਂ ਦੇ ਬੂਟਿਆਂ ਨੂੰ, ਮੇਰੀ ਚਾਵਾਂ ਨਾਲ ਪਾਲੀ ਕਣਕ ਨੂੰ ਮਿਠਾ ਸੁੱਟਣਗੇ ਬਾਪੂ, ਮਿਠਾ ਸੁੱਟਣਗੇ। ਮਿੱਠੀ ਮਿੱਠੀ ਕਣਕ ਦੀ ਥਾਂ ਮੇਰੇ ਖੇਤਾਂ ਦੇ ਵਿੱਚ ਬਰੂਦ ਉੱਗੇਗਾ ਬਾਪੂ, ਬਰੂਦ ਉੱਗੇਗਾ। ਮੈਂ ਕੀ ਕਰੂੰਗਾ ਬਾਪੂ? ਹੋ ਪੁੱਤਰਾ, ਹਕੂਮਤਾਂ ਅੱਗੇ ਕਿਹਦਾ ਜ਼ੋਰ ਚੱਲਦਾ ਪੁੱਤਰਾ? ਇਹ ਹਕੂਮਤਾਂ ਤਾਂ ਏਦਾਂ ਹੀ ਕਰਦੀਆਂ ਹੁੰਦੀਆਂ ਪੁੱਤਰਾ, ਏਦਾਂ ਹੀ ਕਰਦੀਆਂ ਹੁੰਦੀਆਂ। ਕੋਈ ਗੱਲ ਨਹੀਂ, ਆਪੇ ਰੱਬ ਭਲੀ ਕਰੂਗਾ ਪੁੱਤਰਾ, ਆਪੇ ਭਲੀ ਕਰੂਗਾ। ਨਹੀਂ ਬਾਪੂ, ਜਦੋਂ ਹਕੂਮਤਾਂ ਭਲੀ ਨਹੀਂ ਕਰਦੀਆਂ, ਰੱਬ ਤਾਂ ਉਸ ਤੋਂ ਵੀ ਜ਼ਾਲਮ ਹੁੰਦਾ ਬਾਪੂ, ਰੱਬ ਤਾਂ ਉਸ ਤੋਂ ਵੀ ਜ਼ਾਲਮ ਹੁੰਦਾ। ਉਹ ਸਾਡਾ ਕੱਦ ਬਣਿਆ ਬਾਪੂ। ਜਿਹੜੇ ਸਮੇਂ ਦੇ ਸ਼ਾਹ ਹੱਸ
ਮੈਂ ਕਿਹਾ ਬਾਪੂ ਜੀ ਹੂੰ ਤੁਸੀਂ ਉਧਰ ਪਾਕਿਸਤਾਨ ਬੱਲੀ ਲੈਲਪੁਰ ਵਾਲੀਆਂ ਜ਼ਮੀਨ ਦੀਆਂ ਗੱਲਾਂ ਕਰਦੇ ਰਹਿੰਦੇ ਹੋ। ਤੁਸੀਂ ਆਪਣੇ ਖੇਤ ਗੇੜਾ ਮਾਰ ਕੇ ਦੇਖਿਓ, ਸਭ ਭੁੱਲ ਜਾਣੀਆਂ ਤੁਹਾਨੂੰ ਉਧਰ ਪੈਲੀਆਂ। ਕਿਵੇਂ ਭੁੱਲ ਸਕਦਾ ਮੈਂ ਆਪਣੇ ਖੇਤ, ਜਿੱਥੇ ਮੇਰੇ ਬਾਪ ਦਾਦੇ ਨੇ ਖੂਨ ਪਸੀਨਾ ਇੱਕ ਕੀਤਾ ਸੀ। ਰੋਹੀ ਬੀਆਬਾਨ ਵਿੱਚ ਕਿਸਾਨ ਨੂੰ ਖੂਨ ਪਸੀਨਾ ਇੱਕ ਕਰਨਾ ਪੈਂਦਾ ਸੀ ਤਾਂ ਜਾ ਕੇ ਫਸਲ ਲਹਿਰਾਉਂਦੀ ਸੀ। ਲਹਿਰਾਉਂਦੀਆਂ ਫਸਲਾਂ ਨੂੰ ਛੱਡ ਕੇ ਜਦੋਂ ਮੇਰਾ ਬਾਪ ਸਾਨੂੰ ਲੈ ਕੇ ਉੱਥੋਂ ਤੁਰਿਆ ਤਾਂ ਉਹਦੇ ਅੰਦਰੋਂ ਬਹੁਤ ਕੁਝ ਮਰ ਚੁੱਕਾ ਸੀ ਤੇ ਉਹ ਇਹੋ ਕਹਿੰਦਾ ਕਹਿੰਦਾ ਦੁਨੀਆ ਤੋਂ ਅਲਵਿਦਾ ਕਹਿ ਗਿਆ ਕਿ ਪੁੱਤਰਾ, ਜੇ ਤੂੰ ਨਨਕਾਣਾ ਸਾਹਿਬ ਯਾਤਰਾ ਤੇ ਜਾਵੇਂ ਨਾ, ਆਪਣੇ ਖੇਤ ਗੇੜਾ ਜ਼ਰੂਰ ਮਾਰ ਕੇ ਆਵੀਂ ਤੇ ਫਜ਼ਲ ਹੱਕ ਨੂੰ ਆਖੀ ਕਿ ਆਪਣੇ ਖੇਤ ਵਾਲੀ ਟਾਲੀ ਕਿਸੇ ਨੂੰ ਵੱਢਣ ਨਾ ਦੇਵੀਂ ਤੇ ਆਪਣੀ ਜ਼ਮੀਨ ਚੋਂ ਮਿੱਟੀ ਜ਼ਰੂਰ ਲੈ ਕੇ ਆਵੀਂ। ਬਸ ਇਹੋ ਕਹਿੰਦਾ ਕਹਿੰਦਾ ਦੁਨੀਆ ਨੂੰ ਅਲਵਿਦਾ ਕਹਿ ਗਿਆ। ਦੁਨੀਆ ਨੂੰ ਅਲਵਿਦਾ ਕਹਿ ਗਿਆ। ਚੱਲ ਛੱਡ ਬਾਪੂ, ਪੁਰਾਣੀਆਂ ਗੱਲਾਂ ਯਾਦ ਕਰਕੇ ਕਿਉਂ ਮਨ ਦੁਖੀ ਕਰਦਾ। ਨਾਲੇ ਮੇਰੇ ਹੁੰਦੇ ਬਾਪੂ ਤੈਨੂੰ ਕਾਹਦਾ ਫਿਕਰ ਆ। ਆਪਣੇ ਖੇਤ ਗੇੜਾ ਮਾਰ ਕੇ ਦੇਖੀ ਹੁਣ, ਆਪਣੇ ਖੇਤਾਂ 'ਚ ਤਾਂ ਬਾਪੂ ਰੱਬ ਵਸਦਾ, ਰੱਬ ਜਿਹੜਾ ਹੱਸੇ ਨਾਲ ਉਹ ਵੀ ਹੱਸਦਾ। ਉਹ ਹਾਂ ਭਾਈ ਸੱਚ ਸੁਖਦੇਵ, ਉਹ ਪਿੱਥੋਂ ਵਾਲਿਆਂ ਦਾ ਸੁਨੇਹਾ ਆਇਆ ਸੀ। ਵਿਆਹ ਮੰਗਦੇ ਸੀ ਅਸੂ ਦਾ, ਕਹਿੰਦੇ ਮਾਈ ਢਿੱਲੀ ਆ ਮੁੰਡੇ ਦੀ। ਠੀਕ ਆ ਫਿਰ ਬਾਪੂ, ਨਾਲੇ ਉਹਦੋਂ ਨੂੰ ਫਸਲ ਵੱਢ ਲਾਂਗੇ। ਆ ਐਵੇਂ ਲੜਦੀ ਰਹਿੰਦੀ ਆ ਮੇਰੇ ਨਾਲ, ਫੇਰ ਕਹੂ ਲੈ ਕੇ ਨਹੀਂ ਆਉਂਦੇ। ਕਿਉਂ? ਮੈਂ ਆਪੇ ਆਜੂ, ਮੈਨੂੰ ਕੌਣ ਰੋਕੂ? ਤੇਰੀ ਸੱਸ ਮੋਟੀ, ਉਹਦੇ ਹੱਥ ਸੋਟੀ, ਉਹ ਬੜੀ ਖੋਟੀ, ਤੈਨੂੰ ਕੁੱਟ ਕੁੱਟ ਕਰ ਦੂਗੀ ਸਿੱਧੀ ਕੁੜੀਏ। ਦਾਲ ਚੁੱਲ੍ਹੇ ਉੱਤੇ ਰਹਿ ਗਈ ਰਿੱਧੀ ਕੁੜੀਏ। ਤੇਰੀ ਬਹੂ ਮੋਟੀ, ਉਹ ਬੜੀ ਖੋਟੀ, ਉਹਦੇ ਹੱਥ ਸੋਟੀ, ਤੈਨੂੰ ਕੁੱਟ ਕੁੱਟ ਤੀਰ ਬਣਾ ਦੇਊਗੀ, ਤੇਰੀ ਆਕੜ ਸਾਰੀ ਲਾ ਦੇਊਗੀ। ਤੇਰੀ ਸੱਸ, ਤੇਰੀ ਬਹੂ, ਤੇਰੀ ਸੱਸ, ਤੇਰੀ ਸੱਸ, ਤੇਰੀ ਬਹੂ, ਤੇਰੀ ਸੱਸ। ਓਏ ਚੁੱਪ ਸੁਖਦੇਵ ਪੁੱਤ, ਓਏ ਧੀਆਂ ਧਿਆਣਿਆਂ ਨੂੰ ਐ ਨਹੀਂ ਬੋਲੀਦਾ ਹੁੰਦਾ। ਸਮੇਂ ਦੀ ਸਰਕਾਰ 3 ਖੇਤੀ ਆਰਡੀਨੈਂਸ ਲੈ ਕੇ ਆਈ ਆ। ਸਾਡੀਆਂ ਜ਼ਮੀਨਾਂ ਨੂੰ ਹੜੱਪਣ ਆ ਰਹੇ ਆ, ਜ਼ਮੀਨਾਂ ਨੂੰ ਬਣਾ ਰਹੇ ਆ। ਇਹ ਤਾਂ ਸੁਖਦੇਵ ਜਮਾ ਹੀ ਮਾਰੇ ਜਾਵਾਂਗੇ ਅੱਗੇ, ਇਹ ਤਾਂ ਜਮਾ ਪੱਟੇ ਜਾਵਾਂਗੇ ਅੱਗੇ। ਕੀ ਬਣੂਗਾ ਮੇਰੀਆਂ ਲਹਿਰਾਉਂਦੀਆਂ ਫਸਲਾਂ ਦਾ? ਕੀ ਬਣੇਗਾ ਮੇਰੀਆਂ ਜ਼ਮੀਨਾਂ ਦਾ? ਕਿੱਲਾਂ ਵਾਲੇ ਬੂਟ ਮੇਰੀਆਂ ਫਸਲਾਂ ਤੇ ਚੱਲਣਗੇ, ਮੋਟੇ ਭਾਰੀ ਕਿੱਲਾਂ ਵਾਲੇ ਬੂਟ। ਮੈਂ ਕੀ ਕਰੂੰਗਾ ਬਾਬਾ? ਉਹ ਪੁੱਤਰਾ, ਹਕੂਮਤਾਂ ਅੱਗੇ ਕਿਹਦਾ ਜ਼ੋਰ ਚੱਲਦਾ ਪੁੱਤਰਾ?
ਇੱਥੇ ਹੀ ਕਰੀ ਜਾਨੀ ਆ? ਚਾਹ ਨਹੀਂ ਬਣੀ ਹਲੇ? ਬੇ ਪੁੱਤ, ਮੈਂ ਤਾਂ ਸਵੇਰ ਦੀ ਤੇਰੇ ਬਾਪੂ ਨੂੰ ਦੇਖੀ ਜਾਨੀ ਆ, ਪਤਾ ਨਹੀਂ ਕਿੱਧਰ ਗਿਆ ਉਹ। ਨਾ ਸਵੇਰ ਦਾ ਚਾਹ ਨਾ ਪਾਣੀ ਉਹਨੇ। ਤਾਈ ਤਾਈ ਬੇ ਕੀ ਹੋ ਗਿਆ ਪੁੱਤ? ਤਾਈ ਮੈਨੂੰ ਲੱਗਦਾ ਤਾਏ ਦਾ ਫੇਰ ਦਿਮਾਗ ਹਿੱਲ ਗਿਆ। ਹਾਏ ਮੈਂ ਮਰ ਜਾ। ਉਹ ਨਾ ਕਿਲੇ ਚ ਗੇੜੇ ਕੱਢੀ ਜਾਂਦਾ। ਬੇ ਸੁਖਦੇਵ, ਤੇਰੇ ਬਾਪੂ ਦਾ ਫੇਰ ਦਿਮਾਗ ਹਿੱਲ ਗਿਆ। ਜਾ ਮੇਰਾ ਪੁੱਤ, ਲਿਆ ਭੱਜ ਕੇ ਆ ਚੱਲ ਕੇ ਬਾਈ, ਆ ਜਾ। ਹੇ ਵਾਹਿਗੁਰੂ, ਇਹ ਕੀ ਹੋਈ ਜਾਂਦਾ ਹੈ? ਅੱਜ ਤਾਂ ਕੁੜੀ ਵੀ ਨਹੀਂ ਘਰੇ ਹੈਗੀ, ਉਹ ਵੀ ਪੇਪਰ ਦੇਣ ਗਈ ਹੋਈ ਹੈ। ਹੇ ਵਾਹਿਗੁਰੂ, ਮੇਰੇ ਪਰਿਵਾਰ ਨੇ ਤਾਂ ਕਦੇ ਗਿੱਲੇ ਗੋਹੇ ਤੇ ਪੈਰ ਵੀ ਨਹੀਂ ਰੱਖਿਆ। ਇਹ ਕੀ ਹੋਈ ਜਾਂਦਾ ਹੈ? ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆਉਂਦਾ। ਤਾਇਆ ਤਾਇਆ ਬਾਪੂ 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 ਹੋ ਰਿਹਾ। ਆ ਜਾ ਬਾਪੂ, ਆ ਜਾ ਘਰੇ ਚੱਲ ਬਾਪੂ। ਛੱਡ ਦੇ ਘਰੇ ਬਹਿ ਕੇ ਗੱਲ ਕਰਦੇ ਆ ਓਏ, ਬਾਪੂ। ਕਿਉਂ ਨੂੜਿਆ ਤੁਸੀਂ ਮੈਨੂੰ? ਓ ਮੇਰੇ ਬਹਿ ਜਾ ਬਾਪੂ, ਬਿਠਾ ਓਏ, ਲਓ ਕਿਉਂ ਇਹਨੂੰ। ਨੂੜਿਆ ਮੈਨੂੰ ਤੁਸੀਂ? ਬਹਿ ਜਾ ਬਹਿ ਜਾ। ਚੱਲ ਤਾਇਆ ਬਹਿ ਜਾ ਬਸ ਕੁਛ ਨਹੀਂ ਹੋਇਆ। ਬਹਿ ਜਾ। ਛੱਡ ਦੋ ਮੈਨੂੰ, ਉਹ ਛੱਡ ਦੋ ਮੇਰੇ। ਉਹ ਸਾਲਿਓ, ਕਿਉਂ ਨੂੜਿਆ ਤੁਸੀਂ ਮੈਨੂੰ? ਛੱਡ ਦੋ ਮੈਨੂੰ। ਉਹ ਛੱਡ। ਬਹਿ ਜਾ ਬਸ ਬਾਪੂ। ਬਹਿ ਜਾ ਤਾਇਆ, ਬਹਿ ਜਾ। ਹੇ ਵਾਹਿਗੁਰੂ, ਇਹ ਕੀ ਹੋਈ ਜਾਂਦਾ ਹੈ? ਉਹ ਸਾਲੇ ਚਲੇ ਗਏ। ਹਾਂ ਬਾਪੂ ਚਲੇ ਗਏ। ਫੌਜ ਵੀ ਚਲੀ ਗਈ। ਹਾਂ ਤਾਇਆ ਚਲੇ ਗਏ। ਨਹੀਂ ਜਾਂਦੇ ਤਾਂ ਮੇਰੇ ਸਾਲੇ। ਉਹ ਬਹਿ ਜਾ ਬਾਪੂ, ਬਹਿ ਜਾ। ਮੇਰੇ ਮਾਰੋ ਗੋਲੀ, ਜਿਹਨੇ ਮਾਰਨੀ ਆ। ਕੀ ਹੋ ਗਿਆ ਇਹਨੂੰ? ਲੋੜਾ ਆ ਗਿਆ ਓਏ। ਓਏ ਜ਼ਮੀਨਾਂ ਸਾਡੀਆਂ, ਖੇਤ ਸਾਡੇ। ਓਏ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਪੱਧਰੀਆਂ ਕੀਤੀਆਂ ਨੇ ਅਸੀਂ ਇਹ ਜ਼ਮੀਨਾਂ। ਹੁਣ ਇਹ ਮੇਰੇ ਸਾਲੇ ਧੱਕੇ ਨਾਲ ਕਬਜ਼ੇ ਕਰਨ ਨੂੰ ਆ ਗਏ। ਓਏ ਪੁੱਤਰਾ, ਧੱਕੇ ਨਾਲ ਕਬਜ਼ੇ ਕਰਨ ਆ ਗਏ। ਓਏ ਚਾਲਾ ਓਏ। ਉਹ ਕੁਛ ਨਹੀਂ ਹੁੰਦਾ ਬਾਪੂ। ਓਏ ਮੈਨੂੰ ਬਚਾ ਲਾ ਓਏ। ਓਏ ਮੈਨੂੰ ਬਚਾ ਲਾ ਓਏ। ਓਏ ਮੈਨੂੰ ਬਚਾ ਲਾ ਓਏ ਤਾਇਆ। ਓਏ ਅਸੀਂ ਮਾਰੇ ਜਾਵਾਂਗੇ ਓਏ। ਤਗੜਾ ਹੋ ਸ਼ਾਂਤਾ ਸਿਆ, ਤਗੜਾ ਹੋ। ਅਸੀਂ ਮਰਾਂਗੇ ਨਹੀਂ, ਕਹੇ ਅਸੀਂ ਲੜਾਂਗੇ। ਅਸੀਂ ਲੜਾਂਗੇ ਬਾਪੂ। ਹਾਂ ਤਾਇਆ, ਅਸੀਂ ਲੜਾਂਗੇ। ਲੋਕੋ, ਹਾਕਮਾਂ ਨੇ ਨਹੀਂ ਮੰਨਣਾ। ਡਾਂਗੀ ਸ਼ੰਭ ਚੜਾ ਲੋ, ਹਾਕਮਾਂ ਨੇ ਨਹੀਂ ਮੰਨਣਾ। ਦਾਤੀਆਂ ਤੇਜ਼ ਕਰਾ ਲੋ। ਹਾਕਮਾਂ ਨੇ ਨਹੀਂ ਉਹ ਸੁਣੀ ਨੀ ਓਏ, ਲੋਕੋ ਡਾਂਗੀ ਸ਼ੰਭ ਚੜਾ ਲੋ। ਹਾਕਮਾਂ ਨੇ ਨਹੀਂ ਉਹ ਸੁਣੀ ਨੀ ਓਏ, ਲੋਕੋ ਦਾਤੀਆਂ ਤੇਜ਼ ਕਰਾ ਲੋ। ਹਾਕਮਾਂ
ਹੈਲੋ ਹੈਲੋ ਸਰ, ਹੈੱਡਕੁਆਟਰ ਤੋਂ ਬੋਲ ਰਹੇ ਹੋ ਜੀ? ਸਰ ਇੱਥੇ ਕਿਸਾਨ ਬਹੁਤ ਭਾਰੀ ਤਾਦਾਦ 'ਚ ਆ ਗਏ ਜੀ। ਨਹੀਂ ਸਰ, ਨਾਕਾ ਲਾਇਆ ਹੋਇਆ। ਨਹੀਂ ਸਰ, ਇੱਥੋਂ ਨਹੀਂ ਆਉਣ ਦਿੱਤਾ ਕਿਸੇ ਨੂੰ। ਇਹ ਸਾਰਾ ਖੇਤਾਂ ਵਿੱਚ ਦੀ ਹੋ ਗਏ। ਹਾਂਜੀ ਜਨਾਬ। ਸਰ ਲੱਗਦਾ ਸਾਰਾ ਪੰਜਾਬ ਹੀ ਉੱਠ ਕੇ ਤੁਰ ਪਿਆ ਜੀ। ਸਰ ਸੰਗਰੂਰ ਵਾਲੇ ਹਜੇ ਪਹੁੰਚੇ ਨਹੀਂ ਇੱਥੇ। ਹਾਂਜੀ ਸਰ ਲਾਠੀ ਚਾਰਜ? ਸਰ ਕਿਤੇ ਸਾਨੂੰ ਹੀ ਨਾ ਪੈ ਨਿਕਲਣ ਇਹ। ਸਰ ਨਹੀਂ ਸਰ, ਨਹੀਂ ਸਰ, ਡਰਦੇ ਨਹੀਂ ਅਸੀਂ। ਨਹੀਂ ਸਰ, ਅਸੀਂ ਡਿਊਟੀ ਦੇ ਰਹੇ ਹਾਂ ਇੱਥੇ ਖੜ ਕੇ। ਹਾਂਜੀ ਠੀਕ ਠੀਕ ਸਰ। ਓਕੇ ਸਰ, ਓਕੇ। ਭੈਣ ਦਾ ਦੁੱਗ, ਐਵੇਂ ਕੁਆਟਰ 'ਚ ਖੜਾ ਭੌਂਕੀ ਜਾਂਦਾ ਉੱਥੇ। ਜਨਾਬ, ਇਹ ਟਿੱਡੀ ਦਲ ਵਾਂਗੂ ਕਿੱਥੋਂ ਉਤਰ ਆਏ? ਓਏ ਟਿੱਡੀ ਦਲ ਹੁੰਦਾ ਤਾਂ ਪੀਪਾ ਖੜਕਾ ਕੇ ਭਜਾ ਦਿੰਦੇ। ਇਹਨਾਂ ਦਾ ਕੀ ਕਰਾਂਗੇ ਹੁਣ, ਅਣਸੱਦੀ ਜੰਨ ਦਾ? ਇਹ ਜੰਨ ਵੀ ਅਨੋਖੀ ਆ ਜਨਾਬ। ਕਿਉਂ ਜਨਾਬ, ਇਹ ਤਾਂ ਖਾਣ ਪਕਾਉਣ ਦਾ ਸਮਾਨ ਵਿੱਚ ਹੀ ਰੱਖੀ ਫਿਰਦੇ ਆ। ਆਹ ਦੇਖ ਲਓ, ਸਿਲੰਡਰ, ਭੱਠੀਆਂ, ਟਮਾਟਰ ਤੇ ਗੋਭੀ ਵੀ ਰੱਖੀ ਫਿਰਦੇ ਆ। ਇਹ ਤਾਂ ਹੁਣ ਇੱਥੇ ਤੜਕੇ ਲਾਉਣਗੇ ਜਨਾਬ। ਜਨਾਬ, ਕਿਤੇ ਆਪਾਂ ਨੂੰ ਨਾ ਖਵਾ ਦੇਣ ਆਲੂ ਵਾਲੇ ਪਰੌਂਠੇ। ਜਨਾਬ, ਆਪਾਂ ਨੂੰ ਲਾਠੀ ਚਾਰਜ ਵੀ ਕਰਨਾ ਪਊ? ਨਾ ਹੋਰ ਸਾਲਿਆ, ਮੈਸਰਖਾਨੇ ਦਾ ਮੇਲਾ ਇਹ। ਨਹੀਂ, ਮੈਂ ਤਾਂ ਜੀ ਉਹੀ ਕਿਹਾ ਸੀ। ਉਹ ਪਿੰਡ ਵਾਲਿਆਂ 'ਚ ਮੇਰੀ ਮਾਂ ਵੀ ਹੋ ਸਕਦੀ ਆ ਜੀ। ਓਏ ਆਪਣੀ ਨਹੀਂ ਕੋਈ ਮਾਂ ਮੂੰਹ ਹੁੰਦੀ। ਸ਼ਾਇਦ ਮੇਰਾ ਬਾਪੂ ਵੀ ਹੋਵੇ ਜੀ ਉਹਨਾਂ 'ਚ। ਓਏ ਬਾਪੂ ਬੂਪੂ ਕੋਈ ਨਹੀਂ, ਡਈ ਜਾਈ ਇਹਨਾਂ ਨੂੰ ਕੁੱਟਣ। ਨਹੀਂ ਤਾਂ ਇਹ ਕੁੱਟ-ਕੁੱਟ ਕੇ ਤੇਰੀ ਮਟਾਂਡੀ ਕੱਢ ਦੇਣਗੇ। ਇਹ ਖੇਤੀਬਾੜੀ ਮਹਿਕਮਾ ਹੁੰਦਾ। ਓਏ ਜਾ ਪਰੇ, ਭੈਣ ਦੇਣਾ ਉਹੀ ਮੋਕ ਮਾਰੀ ਜਾਂਦਾ। ਉਹ ਨਹੀਂ ਸਰ, ਤੁਹਾਨੂੰ ਨਹੀਂ ਕਿਹਾ, ਇਹ ਤਾਂ ਮੈਂ ਆਪਦੇ ਕਰਮਚਾਰੀ ਨੂੰ ਕਿਹਾ। ਓਕੇ ਸਰ, ਓਕੇ। ਜਨਾਬ, ਲੱਗਦਾ ਫੇਰ ਪੈ ਗਿਆ ਪੰਗਾ। ਓਏ ਪੁਲਿਸ ਵਾਲਿਆਂ ਨੂੰ ਕਾਹਦਾ ਪੰਗਾ? ਜਿੱਥੇ ਪੈ ਜੇ ਪੰਗਾ ਉੱਥੇ ਭਰਾ ਦਿਓ ਡੰਡਾ। ਜਦੋਂ ਵਰਦਾ ਪੁਲਿਸ ਦਾ ਡੰਡਾ, ਉਹਦੀ ਯੂਨੀਅਨ ਵਾਲੇ ਲੈ ਕੇ ਆ ਜਾਂਦੇ ਆ ਝੰਡਾ। ਡੰਡੇ 'ਚ ਪਾ ਕੇ ਝੰਡਾ। ਓਏ ਜੇ ਕੋਈ ਹੋਰ ਬਕੜਵਾ ਮਾਰੀ ਤਾਂ ਇਹ ਡੰਡਾ ਤੁਹਾਡੇ ਤੇ ਹੀ ਬਰੂਗਾ। ਉਹ ਵੀ ਬੰਦੇ ਹੀ ਆ। ਜਨਾਬ, ਹੈ ਤਾਂ ਬੰਦੇ ਹੀ ਆ ਜੀ, ਪਰ ਇੱਕ ਬੰਦੇ ਤੋਂ ਤਾਂ ਬੜਾ ਡਰ ਲੱਗਦਾ ਜੀ। ਉਹਦੀਆਂ ਤਾਂ ਪਾਈਆ ਦੀ ਅੱਖਾਂ ਜੀ। ਜਦੋਂ ਅੱਖਾਂ ਕੱਢਦਾ ਨਾ, ਮਾੜੇ ਬੰਦੇ ਦਾ ਤਾਂ ਮੂੰਹ ਹੀ ਕੱਢ ਦਿੰਦਾ। ਜੇ ਕਿਤੇ ਉਹ ਪੱਗ ਲਾ ਕੇ ਰੱਖ ਦੇ, ਫੇਰ ਤਾਂ ਸਭ ਕੁਝ ਹੀ ਕੱਢ ਦਿੰਦਾ ਜੀ। ਹੈਲੋ ਸਰ, ਨਾਕਾ ਤਾਂ ਇਹਨਾਂ ਨੇ ਖੋਲਤਾ। ਹਾਂਜੀ ਸਰ, ਇਹ ਤਾਂ ਅੱਗੇ ਵਧ ਰਹੇ ਨੇ। ਹਾਂਜੀ, ਜੇਲ੍ਹ ਸਰ? ਇਹਨਾਂ ਨੂੰ ਕਿਹੜੀ ਜੇਲ੍ਹ ਚੱਲੂ ਇੰਨਿਆਂ ਨੂੰ? ਓਕੇ ਸਰ। ਤਾਈ ਸੁੱਖਾ ਹੈਗਾ ਘਰੇ? ਬੇ ਕੀ ਗੱਲ, ਸੁੱਖ ਤਾਂ ਹੈ। ਮੇਰੇ ਸਾਰੇ ਕੰਪਨੀ ਵਾਲੇ ਨਾ ਆਪਣੀਆਂ ਜ਼ਮੀਨਾਂ ਦਾ ਸਰਵਾ ਕਰੀ ਜਾਂਦੇ ਨੇ। ਬੇੜਾ ਬਹਿ ਜੇ ਵੀ ਤੁਹਾਡਾ ਪੁੱਤ ਪਿੱਟਿਆਂ ਦਿਓ। ਹਾਏ ਤਾਂ ਕਹਿੰਦੀ ਆ ਮਰ ਜਾਣ ਉਹ, ਕਿਸੇ ਥਾਂ ਦੇ ਨਾ ਹੋਣ। ਬੇੜਾ ਬੈਠੇ ਵਾਲੇ ਮੇਰੇ ਪਿਓ ਦੇ ਸਾਲੇ। ਨੀ ਗੁੱਡੋ, ਨੀ ਆਈ ਪੁੱਤ ਭੱਜ ਕੇ। ਕੀ ਹੋ ਗਿਆ ਤਾਈ? ਨੀ ਪੁੱਤ ਆਪਣੀ ਤਾਂ ਜ਼ਮੀਨ ਦੀ ਮਿੰਤੀ ਕਰੀ ਜਾਂਦੇ ਨੇ ਕੰਪਨੀ ਵਾਲੇ। ਪੁੱਤ ਬਣ ਕੇ ਬੁਲਾ ਕੇ ਲਿਆਈ। ਅੱਜ ਤਾਂ ਤੇਰੇ ਬਾਈ ਹੁਰੀ ਵੀ ਨਹੀਂ ਹੈਗੇ ਘਰੇ। ਕੀ ਹੋਇਆ ਜੇ ਬਾਈ ਹੁਰੀ ਹੈ ਨਹੀਂ? ਅਸੀਂ ਤਾਂ ਹੈਗੀਆਂ। ਨੀ ਤੁਸੀਂ ਕੀ ਕਰੋਗੀਆਂ ਪੁੱਤ? ਜਾ ਮੇਰੀ ਧੀ ਬਣ ਕੇ ਮਾਰ ਕੇ ਆ ਇੱਧਰ, ਕਿਸੇ ਨੂੰ ਬੁਲਾ ਕੇ ਲਿਆ। ਕੀ ਹੋ ਗਿਆ ਜੇ ਸਾਡੇ ਜਨਮ ਤੇ ਲੋਹੜੀ ਨਹੀਂ ਵੰਡੀ ਜਾਂਦੀ, ਖੁਸ਼ੀ ਨਹੀਂ ਮਨਾਈ ਜਾਂਦੀ, ਸ਼ਰਾਬ ਨਹੀਂ ਪਿਆਈ ਜਾਂਦੀ? ਕੀ ਹੋ ਗਿਆ? ਮਾਪੇ ਸਾਡੇ ਜਨਮ ਨੂੰ ਬੋਝ ਸਮਝਦੇ ਆ, ਪਰ ਅਸੀਂ ਕਿਸੇ ਵੀ ਖੇਤਰ 'ਚ ਮੁੰਡਿਆਂ ਨਾਲੋਂ ਘੱਟ ਨਹੀਂ ਆ। ਅਸੀਂ ਜਾਵਾਂਗੇ ਆਪਣੇ ਵੀਰਾਂ ਨਾਲ ਮੋਢਾ ਜੋੜ ਕੇ। ਪੁੱਤ ਕਿਵੇਂ ਲੜੋਗੀਆਂ ਮਰਦਾਂ ਨਾਲ? ਬੇਬੇ, ਜੇ ਝਾਂਸੀ ਦੀ ਰਾਣੀ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਆਹੂ ਲਾ ਸਕਦੀ ਆ, ਤਾਂ ਅਸੀਂ ਕਿਉਂ ਨਹੀਂ ਲੜ ਸਕਦੀਆਂ ਇਸ ਲੜਾਈ ਨੂੰ? ਕਿਉਂ ਨਹੀਂ ਅਸੀਂ ਦੁਸ਼ਮਣਾਂ ਦੀ ਇੱਟ ਨਾਲ ਇੱਟ ਖੜਕਾ ਸਕਦੀਆਂ? ਹੇ ਵਾਹਿਗੁਰੂ, ਇਹ ਕੀ ਹੋਈ ਜਾਂਦਾ ਹੈ? ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆਉਂਦੀ। ਬੇਬੇ, ਹੱਥ ਜੋੜਿਆ ਇਨਸਾਫ ਨਹੀਂ ਮਿਲਦੇ। ਇਨਸਾਫ ਲੈਣ ਲਈ ਦੋ ਹੱਥ ਕਰਨੇ ਪੈਂਦੇ ਆ। ਇਹ ਹੱਥ ਸਿਰਫ ਹੀਰ ਤੋਂ ਚੂਰੀ ਖਾਣ ਲਈ ਨਹੀਂ ਹੁੰਦੇ, ਸੈਦੇ ਦੀ ਜਨੇਤ ਡੱਕਣ ਲਈ ਵੀ ਹੁੰਦੇ ਆ। ਆਓ ਸਾਰੇ ਰਲ ਕੇ ਬੈਰੀਆਂ ਨਾਲ ਦੋ ਹੱਥ ਕਰੀਏ। ਹੱਥਾਂ ਬਾਜ਼ ਕਰਾਰਿਆ, ਵੈਰੀ ਹੋਏ ਨਾ ਮਿੱਤ।
ਜਨਾਬ ਇਹ ਖਾਲ ਤੋਂ ਲੈ ਕੇ ਮੇਨ ਰੋਡ ਤੱਕ ਅਸੀਂ ਵੱਡੇ ਵੱਡੇ ਫਾਰਮ ਬਣਾ ਦਿੰਦੇ 100 ਏਕੜ ਦੇ ਪੂਰੇ ਪੰਜਾਬ 'ਚ। ਜਨਾਬ ਮੈਂ ਦੇਖਿਆ ਇੱਥੇ ਵੱਡਾ ਸਾਰਾ ਟਿੱਬਾ ਹੁੰਦਾ ਸੀ। ਮੈਂ ਉੱਤੇ ਚੜ ਕੇ ਦੇਖਣਾ ਵੀ ਕਿਹਦੇ ਛੱਲੀਆਂ, ਕਿਹਦੇ ਗਵਾਰਾ, ਕਿਹਦੇ ਮੇਥੀ ਆ। ਕੀ ਗੱਲ ਵੇ, ਸਾਡੀ ਕਣਕ ਮਿੱਧੀ ਜਾਨਾ, ਕੀ ਸਲਾਹ ਹੈ ਤੇਰੀ? ਬਹੁਤਾ ਨਾ ਬੋਲ, ਆਈ ਵੱਡੀ ਕਣਕ ਵਾਲੀ। ਮੈਂ ਤੈਨੂੰ ਦੱਸਾਂ ਗੱਲ, ਮੇਰੇ ਨਾਲ ਪੁਲਿਸ ਵੀ ਆ, ਨਾਲੇ ਜ਼ਮੀਨ ਤੇਰੀ ਨਹੀਂ ਰਹੀ ਹੁਣ, ਸਮਝੀ? ਸਾਡੀ ਕਿਉਂ ਨਹੀਂ? ਕਿਹੜਾ ਸਾਲਾ ਕਹਿੰਦਾ ਇਹ ਜ਼ਮੀਨ ਸਾਡੀ ਨਹੀਂ ਹੈਗੀ? ਕੌਣ ਹੈ ਇਹ ਕੁੜੀ? ਜਨਾਬ ਇਹ ਜ਼ਮੀਨ ਵਾਲਿਆਂ ਦੀ ਕੁੜੀ ਆ, ਰਫੂਜੀਆਂ ਦੀ। 4 ਮਾਰੋ ਥਾਪੜੇ ਇਹਦੇ। ਖਬਰਦਾਰ ਜੇ ਰਫੂਜੀ ਕਿਹਾ ਤਾਂ ਵੇ, ਸਾਡੀਆਂ ਉਮਰਾਂ ਲੰਘ ਗਈਆਂ ਇਸ ਮੁਲਕ ਦੀ ਮਿੱਟੀ ਵਿੱਚ ਰੁਲਦਿਆਂ ਤੇ ਤੂੰ ਦੀਵਾਨੀ ਦਾ ਬੰਦਾ ਸਾਨੂੰ ਰਫੂਜੀ ਦੱਸਦਾ? ਰਫੂਜੀ ਕਿਹਾ, ਕੁਛ ਹੋਰ ਨਹੀਂ ਕਿਹਾ। ਨਾ ਕਿਉਂ ਕਿਹਾ? ਲਾਹੌਰ ਪੰਜਾਬ ਨਹੀਂ ਸੀ ਨਾ। ਇਹ ਲੀਡਰ ਜੈ ਖਾਣੇ ਦੇ ਗੰਜੇ ਜੇ ਮਿੰਟ 'ਚ ਦੀ ਲਕੀਰਾਂ ਖਿੱਚ ਕੇ ਮੁਲਕ ਬਣਾ ਦਿੰਦੇ ਆ ਨਾ। ਲੋਕ ਇਹਨਾਂ ਦੇ ਜਾਣਦਿਆਂ ਦੇ ਸਿਰ 'ਚ ਜਾਣ। ਇਹਨਾਂ ਦੀ ਤਾਂ ਨਾ ਕੋਈ ਮਾਂ ਹੁੰਦੀ ਹੈ ਨਾ ਧਰਤੀ। ਇਹਨਾਂ ਨੇ ਤਾਂ ਲੋਕਾਂ ਦਾ ਲਹੂ ਪੀਣਾ ਹੁੰਦਾ। ਇਹ ਕੁੜੀਏ ਗੈਟ ਆਊਟ, ਸਾਡੇ ਕੰਮ 'ਚ ਦਖਲ ਨਾ ਦੇ। ਨਾ ਤੂੰ ਕੌਣ ਹੁੰਨਾ ਮੈਨੂੰ ਗੈਟ ਆਊਟ ਕਰਨ ਵਾਲਾ? ਬਾਹਰ ਹੋ ਜਾਓ ਇੱਥੋਂ। ਇਹ ਕਣਕ ਵੇਖਦਾ ਹੈ? ਅਸੀਂ ਇਹਨੂੰ ਆਪਦੇ ਖੂਨ ਨਾਲ ਸਿੰਜਿਆ ਤੇ ਅਸੀਂ ਇਹਦੀ ਰਾਖੀ ਕਰਨਾ ਵੀ ਜਾਣਦੀਆਂ। ਬਹੁਤਾ ਨਾਕੜ ਕੀ ਪੀਦੀ ਤੇ ਕੀ ਪੀਦੀ ਦਾ ਸਿਰ ਪਿਆ ਪਤਾ ਨਹੀਂ ਲੱਗਣਾ ਕਿਹੜੇ ਥਾਣੇ 'ਚ। ਖੜ ਜਾ ਮੇਰੇ ਪਿਓ ਦੇ ਸਾਲਿਆ, ਮੈਂ ਦਿਖਾਉਣੀ ਆ ਥਾਣਾ ਕੀ ਹੁੰਦਾ। ਫੜ ਲਓ ਇਹਨਾਂ ਕੁੜੀਆਂ ਨੂੰ। ਜਨਾਬ ਆਪਣੇ ਨਾਲ ਲੇਡੀ ਕੋਲ ਹੈ ਨਹੀਂ, ਦੌੜ ਚਲੋ। ਫੜ ਲਓ ਮੇਰੇ ਪਿਓ ਦੇ ਸਾਲਿਆਂ ਨੂੰ ਕੁੜੀਓ, ਸੁੱਕੇ ਨਾ ਜਾਣ ਦਿਓ ਉਹਨਾਂ ਨੂੰ। ਜਿਹੜੇ ਗੰਦੇ ਪੈਰ ਸਾਡੀ ਜ਼ਮੀਨ 'ਚ ਪੈਣਗੇ ਅਸੀਂ ਉਹ ਪੈਰ ਵੱਢ ਕੇ ਰੱਖ ਦਿਆਂਗੇ। ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਭਰਾਵੋ, ਜਿਵੇਂ ਤੁਹਾਨੂੰ ਪਤਾ ਹੀ ਆ ਕਿ ਮੈਂ ਪਿਛਲੇ ਕਈ ਸਾਲਾਂ ਤੋਂ ਆਪ ਜੀ ਦੇ ਇਲਾਕੇ ਦੀ ਸੇਵਾ ਕਰਦਾ ਆ ਰਿਹਾ। ਓਏ ਉਹ ਵੀ ਲੋਕਾਂ ਨੂੰ ਸ਼ਰਾਬਾਂ ਵੇਚ-ਵੇਚ ਕੇ ਕਹਿ ਰਿਹਾ ਸੀ ਕਿ ਮੈਂ ਪਿੰਡ ਦੇ ਵਿਕਾਸ ਲਈ 200 ਕਰੋੜ ਰੁਪਏ ਮਨਜ਼ੂਰ ਕਰਵਾਏ ਸਨ। ਓਏ ਆਹੋ, ਉਹ ਵੀ ਬਾਈ ਜੀ ਆਪ ਹੀ ਸਾਗੇ। ਤੇ ਇਸ ਤੋਂ ਇਲਾਵਾ ਮੈਂ ਆਪਣੇ ਇਲਾਕੇ ਦੀਆਂ ਵਿਧਵਾ ਔਰਤਾਂ ਨੂੰ ਆਪਣਾ ਰੁਜ਼ਗਾਰ ਚਲਾਉਣ ਲਈ ਸਿਲਾਈ ਮਸ਼ੀਨਾਂ ਵੰਡੀਆਂ। ਉਹ ਬੱਲੇ ਬੱਲੇ ਬੱਲੇ, ਪਹਿਲਾਂ ਤਾਂ ਲੋਕਾਂ ਨੂੰ ਸ਼ਰਾਬਾਂ ਪਿਆ ਪਿਆ ਕੇ ਮਾਰ ਦਿੰਨੇ ਹੋ, ਮੁੜ ਕੇ ਵਿਧਵਾ ਔਰਤਾਂ ਨੂੰ ਮਸ਼ੀਨਾਂ ਵੰਡ ਦਿੰਨੇ ਹੋ। ਹੱਦ ਹੋਈ ਪਿਆ ਮੰਤਰੀ ਸਾਹਿਬ ਤੁਹਾਡੀ। ਅੰਤ ਹੈ ਬਿਆੰਤ। ਦੇਖੋ ਭਰਾਵੋ, ਤੁਸੀਂ ਉਹ ਸਿੱਧੇ ਸਾਦੇ, ਕੁਝ ਲੋਕ ਤੁਹਾਨੂੰ ਚੱਕ ਰਹੇ ਨੇ। ਚੱਕ ਭਰਾਵੋ ਬਹੁਤ ਮਾੜੀ ਹੁੰਦੀ ਆ। ਅਸੀਂ ਆਪਣੇ ਇਲਾਕੇ ਦੇ ਵਿੱਚ ਹਜ਼ਾਰਾਂ ਕਿੱਲਿਆਂ ਦੇ ਵਿੱਚ ਵੱਡੇ ਵੱਡੇ ਸਟੋਰ ਬਣਾ ਦੇਣੇ ਆ ਤੇ ਤੁਹਾਡੀਆਂ ਜ਼ਮੀਨਾਂ ਐਵੇਂ ਨਹੀਂ ਖਰੀਦਣੀਆਂ। ਤੁਹਾਡੀਆਂ ਜ਼ਮੀਨਾਂ ਦੀ ਪੂਰੀ ਕੀਮਤ ਦਿੱਤੀ ਜਾਊਗੀ ਤੇ ਘਰ ਘਰ ਨੌਕਰੀ ਦਿੱਤੀ ਜਾਵੇਗੀ। ਰੱਬ ਝੂਠ ਨਾ ਬੁਲਾਵੇ, ਤੁਹਾਡੇ ਵਿੱਚੋਂ ਕਿਸੇ ਨੇ ਕਰੋੜ ਰੁਪਈਆ ਨਹੀਂ ਦੇਖਿਆ ਹੋਣਾ ਤੇ ਅਸੀਂ ਤੁਹਾਨੂੰ ਕਰੋੜਪਤੀ ਬਣਾ ਦੇਾਂਗੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਪਰ ਜਦੋਂ ਤੁਸੀਂ ਯੂਨੀਅਨ ਨਾਲ ਰਲ ਕੇ ਸਾਡੇ ਖਿਲਾਫ ਨਾਅਰੇ ਬੋਲਦੇ ਹੋ ਤਾਂ ਉਦੋਂ ਸਾਨੂੰ ਬਹੁਤ ਤਕਲੀਫ ਹੁੰਦੀ ਆ। ਮਨ ਤਾਂ ਸਾਡਾ ਵੀ ਬਹੁਤ ਦੁਖੀ ਹੁੰਦਾ ਐਮਐਲਏ ਸਾਹਿਬ, ਪਰ ਬੰਦੇ ਦੇ ਬਰਦਾਸ਼ਤ ਕਰਨ ਦੀ ਕੋਈ ਹੱਦ ਹੁੰਦੀ ਆ। ਉਹ ਆ ਕਿੱਥੋਂ ਆ ਗਿਆ? ਟੱਕਰੋ ਇਹਨੂੰ। ਉਹ ਜਨਾਬ ਐਵੇਂ ਰੌਲਾ ਪੈ ਜੂ, ਉਹ ਲੋਕ ਉੱਠ ਕੇ ਤੁਰ ਜਾਣਗੇ। ਥੋੜਾ ਜਿਹਾ ਮਿੱਠ ਤੇ ਪਿਆਰ ਨਾਲ ਕੰਮ ਲਵੋ। ਓਏ ਕਾਕਾ, ਤੂੰ ਹੀ ਨੌਜਵਾਨ ਮੁੰਡਾ ਏ। ਓਏ ਤੁਸੀਂ ਤਾਂ ਆਉਣ ਵਾਲੇ ਸਮੇਂ ਦੇ ਭਵਿੱਖੋਂ। ਓਏ ਅਸੀਂ ਇਹ ਸਭ ਕੁਝ ਤੁਹਾਡੇ ਲਈ ਤਾਂ ਕਰ ਰਹੇ ਆ। ਸਾਡੇ ਲਈ ਮੰਤਰੀ ਸਾਹਿਬ? ਸਾਥੋਂ ਸਾਡੀਆਂ ਜ਼ਮੀਨਾਂ ਖੋ ਕੇ, ਸਾਥੋਂ ਸਾਡੇ ਘਰ ਖੋ ਕੇ, ਤੇ ਹਜੇ ਤੁਸੀਂ ਕਹਿ ਰਹੇ ਹੋ ਇਹ ਸਭ ਅਸੀਂ ਤੁਹਾਡੇ ਲਈ ਕਰ ਰਹੇ ਆ? ਕਮਾਲ ਹੈ ਮੰਤਰੀ ਸਾਹਿਬ ਤੁਹਾਡੇ ਵਾਲੀ। ਬਈ ਕਾਕਾ, ਤੁਹਾਡਾ ਇਲਾਕਾ ਪਛੜਿਆ ਹੋਇਆ ਇਲਾਕਾ। ਅਸੀਂ ਤੁਹਾਡੇ ਇਲਾਕੇ ਦੇ ਵਿੱਚ ਵੱਡੇ ਵੱਡੇ ਸਟੋਰ ਬਣਾ ਕੇ ਤੁਹਾਡੇ ਇਲਾਕੇ ਦੀ ਆਮਦਨ ਦੁੱਗਣੀ ਕਰ ਦਿਆਂਗੇ। ਆਮਦਨ ਸਾਡੀ ਨਹੀਂ, ਆਮਦਨ ਉਹਨਾਂ ਕਾਰਪੋਰੇਟ ਘਰਾਣਿਆਂ ਦੀ ਵਧੂ ਜਿਨ੍ਹਾਂ ਨੂੰ ਤੁਸੀਂ ਪੈਸੇ ਲਾ ਕੇ ਇੱਥੇ ਬੁਲਾਉਣੇ ਹੋ। ਓਏ ਕਾਕਾ, ਉਹ ਤੁਹਾਨੂੰ ਕੀ ਪਤਾ ਕੱਲ ਦੇ ਸ਼ੋਰਿਆਂ ਨੂੰ? ਓਏ ਵਿਸ਼ਵੀਕਰਨ ਦਾ ਯੁੱਗ ਹੈ। ਸਾਡਾ ਦੇਸ਼ ਵੱਡੀ ਤਾਕਤ ਬਣ ਕੇ ਉੱਭਰ ਰਿਹਾ। ਜੇ ਤੁਸੀਂ ਸਾਡੀਆਂ ਜ਼ਮੀਨਾਂ ਇਸੇ ਤਰ੍ਹਾਂ ਖੋਹਦੇ ਰਹੇ ਨਾ
ਤਾਂ ਇੱਕ ਦਿਨ ਇਹ ਦੇਸ਼ ਵੱਡਾ ਦੇਸ਼ ਨਹੀਂ, ਇਹ ਦੁਨੀਆ ਦਾ ਸਭ ਤੋਂ ਕੰਗਾਲ ਦੇਸ਼ ਹੋਊਗਾ। ਓਏ ਕੀ ਕਿਹਾ? ਕੰਗਾਲ? ਓਏ ਤੂੰ ਸੁੱਤਾ ਪਿਆ? ਹਾਂ, ਅਸੀਂ ਪਹਿਲਾਂ ਸੁੱਤੇ ਪਏ ਸੀ, ਪਰ ਹੁਣ ਅਸੀਂ ਜਾਗ ਗਏ ਹਾਂ। ਅਸੀਂ ਆਪਣੀ ਲੁੱਟ ਹੋਰ ਨਹੀਂ ਹੋਣ ਦਿਆਂਗੇ। ਕਿਸਾਨ ਏਕਤਾ ਜ਼ਿੰਦਾਬਾਦ, ਜਿੰਦਾਬਾਦ ਜਿੰਦਾਬਾਦ ਮਜ਼ਦੂਰ ਏਕਤਾ ਜ਼ਿੰਦਾਬਾਦ, ਜਿੰਦਾਬਾਦ ਜਿੰਦਾਬਾਦ ਕਿਸਾਨ ਏਕਤਾ ਜ਼ਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਓਏ ਕਮਲਿਓ, ਓਏ ਮੂਰਖੋ, ਓਏ ਗੁਣ ਗਾਲੋ ਸਾਡੇ। ਆ ਸੜੇ ਜੇ ਜੱਟ ਸਵਿਫਟ ਸਫਾਰੀਆਂ ਤੇ ਘੁੰਮਦੇ ਫਿਰਦੇ ਆ। ਓਏ ਕਰਜ਼ਾ ਮੋੜਨਾ ਨਹੀਂ, ਮੁਰਗੇ ਬਿਸਕੀ ਉਡਾਉਂਦੇ ਆ ਤੇ ਫੇਰ ਕਹਿੰਦੇ ਹੋ। ਬਸ ਮੰਤਰੀ ਸਾਹਿਬ, ਮੈਨੂੰ ਲੱਗਦਾ ਤੁਹਾਨੂੰ ਬੰਗਲੇ 'ਚ ਬੈਠ ਕੇ ਅੰਦਰਾਤਾ ਮਾਰ ਗਿਆ। ਜੇ ਕਦੇ ਕਿਸੇ ਗਰੀਬ ਕਿਸਾਨ ਦੇ ਘਰ ਦੀ ਹਾਲਾਤ ਦੇਖੀ ਹੁੰਦੀ ਨਾ, ਤਾਂ ਅੱਜ ਤੁਸੀਂ ਇਹ ਗੱਲ ਕਹਿਣੀ ਨਹੀਂ ਸੀ। ਉਹ ਹੁਣੇ ਲੋਟ ਨਹੀਂ ਆਉਣੇ। ਹੁਣ ਚਲੋ ਇੱਥੋਂ। ਕਿਸਾਨ ਭਰਾਵੋ, ਸਾਨੂੰ ਇਹਨਾਂ ਰਾਜਨੀਤਿਕ ਲੀਡਰਾਂ ਦਾ ਖਹਿੜਾ ਛੱਡ ਕੇ ਤੇ ਇਹਨਾਂ ਤੋਂ ਭਲੇ ਦੀ ਆਸ ਛੱਡ ਦੇਣੀ ਚਾਹੀਦੀ ਆ, ਕਿਉਂਕਿ ਇਹਨਾਂ ਰਾਜਨੀਤਿਕ ਲੀਡਰਾਂ ਦੇ ਚਿੱਟੇ ਪੀਲੇ ਲਾਲ ਨੀਲੇ ਕਬੂਤਰ ਉਹਨਾਂ ਕਾਰਪੋਰੇਟ ਘਰਾਣਿਆਂ ਦੀਆਂ ਸੋਨੇ ਦੀਆਂ ਸਤਰੀਆਂ ਦੇ ਉੱਤਰਦੇ ਆ ਤੇ ਫਿਰ ਉਹਨਾਂ ਦੇ ਘਰ ਹੀ ਸ਼ਾਹੀ ਪਕਵਾਨ ਖਾਂਦੇ ਆ। ਸਾਥੀਓ, ਹੁਣ ਆਪਣਾ ਇਕਜੁੱਟ ਹੋਣ ਦਾ ਵੇਲਾ ਆ ਗਿਆ ਏ। ਕੱਠ ਲੋਹੇ ਦੀ ਲੱਠ ਤੇ ਸਿਰ ਵਿੱਚ ਜ਼ਾਲਮ ਦੇ। ਆਪਾਂ ਇਹ ਕੱਠ ਲੋਹੇ ਦੀ ਲੱਠ ਨੂੰ ਜ਼ਾਲਮ ਦੇ ਸਿਰ ਵਿੱਚ ਮਾਰਨਾ ਏ। ਤੇ ਆਓ ਆਪਾਂ ਇਕਜੁੱਟ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ ਵੱਲ ਕੂਚ ਕਰੀਏ। ਵਤਨ ਦੀ ਆਬਰੂ ਨੂੰ ਗਹਿਰਾਇਆ ਤੇ ਪਾਇਆ, ਗਹਿਰਾਇਆ ਤੇ ਪਾਇਆ, ਗਹਿਰਾਇਆ ਤੇ ਪਾਇਆ। ਵੇਲੇ ਨੂੰ ਸੰਭਾਲ ਉੱਠ ਖੇਤਾਂ ਦੇ ਆ ਜਾਇਆ, ਵੇਲੇ ਨੂੰ ਸੰਭਾਲ ਉੱਠ ਖੇਤਾਂ ਦੇ ਆ ਜਾਇਆ। ਤੇਰੇ ਖਜ਼ਾਨਿਆਂ ਨੂੰ ਚੋਰ ਪੈ ਗਏ, ਤੇਰੇ ਖਜ਼ਾਨਿਆਂ ਨੂੰ ਚੋਰ ਪੈ ਗਏ, ਤੇਰਿਆਂ ਬੋਲਾਂ ਨੂੰ ਲੁੱਟ ਹੋਰ ਲੈ ਗਏ, ਤੇਰਿਆਂ ਬੋਲਾਂ ਨੂੰ ਲੁੱਟ ਹੋਰ ਲੈ ਗਏ। ਪਗੜੀ ਸੰਭਾਲਣੇ ਦਾ ਪੇਰੋ ਕਲਾਇਆ, ਪਗੜੀ ਸੰਭਾਲਣੇ ਦਾ ਪੇਰੋ ਕਲਾਇਆ। ਵੇਲੇ ਨੂੰ ਸੰਭਾਲ ਉੱਠ ਖੇਤਾਂ ਦੇ ਆ ਜਾਇਆ, ਵੇਲੇ ਨੂੰ ਸੰਭਾਲ ਉੱਠ ਖੇਤਾਂ ਦੇ ਆ ਜਾਇਆ, ਖੇਤਾਂ ਦੇ ਆ ਜਾਇਆ, ਖੇਤਾਂ ਦੇ ਆ ਜਾਇਆ, ਖੇਤਾਂ ਦੇ ਆ ਜਾਇਆ, ਖੇਤਾਂ ਦੇ ਆ ਜਾਇਆ। ਸ਼ਹੀਦਾਂ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਸ਼ਹੀਦਾਂ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ, ਜ਼ਿੰਦਾਬਾਦ ਜ਼ਿੰਦਾਬਾਦ, ਦੀ ਸਰਕਾਰ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ, ਸੈਂਟਰ ਦੀ ਸਰਕਾਰ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ। ਇਹ ਸਰਕਾਰਾਂ ਕਰਦੀਆਂ ਕੀ, ਫੇਰਾ ਫੇਰੀ 420, ਇਹ ਸਰਕਾਰਾਂ ਕਰਦੀਆਂ ਕੀ। ਫੇਰਾ ਫੇਰੀ 420। ਖਬਰਦਾਰ, ਕੋਈ ਵੀ ਅੱਗੇ ਵਧਣ ਦੀ ਕੋਸ਼ਿਸ਼ ਨਾ ਕਰੇ। ਕਿਉਂ ਨਾ ਅੱਗੇ ਵਧੀਏ? ਸਾਡੇ ਆਪਦੇ ਖੇਤ ਹੈ, ਸਾਡੀ ਆਪਦੀ ਫਸਲ ਹੈ, ਅਸੀਂ ਆਪਦੀ ਫਸਲ ਕਿਸੇ ਨੂੰ ਕਿਉਂ ਵੱਢਣ ਦਈਏ? ਦੇਖੋ, ਇਹ ਕਿਸੇ ਦਾ ਨਿੱਜੀ ਫੈਸਲਾ ਨਹੀਂ ਹੈ, ਇਹ ਸਰਕਾਰ ਦਾ ਫੈਸਲਾ ਤੇ ਤੁਹਾਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਜਾਊ। ਕਿਹੜੀ ਸਰਕਾਰ ਜਿਹੜੀ ਸਾਡੇ ਹਜ਼ਾਰਾਂ ਘਰਾਂ ਨੂੰ ਬੇਘਰ ਕਰਨ ਲੱਗੀ ਹੋਈ ਹੈ? ਸਾਡੀਆਂ ਕੁੱਤਾ ਵਾਂਗੂ ਪਾਲੀਆਂ ਫਸਲਾਂ ਨੂੰ ਵੱਡੇ ਢਨਾੜ ਲੋਕਾਂ ਦੇ ਹੱਥਾਂ 'ਚ ਦੇ ਰਹੀ ਹੈ, ਸਾਡੇ ਹਜ਼ਾਰਾਂ ਲੋਕਾਂ ਦੇ ਢਿੱਡ 'ਚ ਲੱਤਾਂ ਮਾਰ ਰਹੀ ਹੈ। ਅਸੀਂ ਇਹ ਜ਼ਾਲਮ ਸਰਕਾਰ ਦਾ ਹੁਕਮ ਕਿਉਂ ਮੰਨੀਏ? ਹੈ ਕਿਉਂ ਮੰਨੀਏ ਅਸੀਂ? ਦੇਖੋ, ਤੁਸੀਂ ਨਹੀਂ ਮੰਨਦੇ ਨਾ ਮੰਨੋ, ਅਸੀਂ ਆ ਸਰਕਾਰੀ ਮੁਲਾਜ਼ਮ ਤੇ ਅਸੀਂ ਸਰਕਾਰ ਦਾ ਹਰ ਹੁਕਮ ਮੰਨਦੇ ਆ। ਤੁਹਾਨੂੰ ਯੂਨੀਅਨ ਵਾਲਿਆਂ ਨੇ ਗਲਤ ਰਸਤੇ ਤੇ ਪਾ ਰੱਖਿਆ, ਤੁਹਾਨੂੰ ਭੜਕਾ ਰੱਖਿਆ। ਅਸੀਂ ਕਿਸੇ ਨੂੰ ਵੀ ਕਾਨੂੰਨ ਆਪਦੇ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ। ਸਾਡੇ ਉੱਤੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਲਾਉਣ ਵਾਲਿਓ, ਦੱਸੋ ਕਿਹੜੀ ਕਿਤਾਬ 'ਚ ਲਿਖਿਆ ਹੈ ਕਿ ਲੋਕਾਂ ਦੀ ਫਸਲ ਨੂੰ ਤਬਾਹ ਕਰ ਦਿਓ, ਹੱਸਦੇ ਵਸਦੇ ਘਰਾਂ ਨੂੰ ਉਜਾੜ ਦਿਓ, ਜਬਰੀ ਲੋਕਾਂ ਦੀ ਜ਼ਮੀਨ ਧਨਾਡਾਂ 'ਚ ਵੰਡ ਦਿਓ? ਕਿਹੜੀ ਕਿਤਾਬ 'ਚ ਲਿਖਿਆ ਹੈ? ਜੇ ਤੁਹਾਡਾ ਫਰਜ਼ ਲੋਕਾਂ ਨੂੰ ਕੁੱਟਣਾ ਨਾ, ਤਾਂ ਸਾਡਾ ਵੀ ਫਰਜ਼ ਲੋਕਾਂ ਨੂੰ ਜਾਗਰੂਕ ਕਰਨਾ ਹੈ। ਜੇ ਸਾਨੂੰ ਕੁਝ ਹੋਰ ਸਿਰ ਵਾਰਨੇ ਪਏ ਨਾ, ਤਾਂ ਉਹ ਵੀ ਵਾਰ ਦੇਾਂਗੇ। ਹਾਂ, ਵਾਰ ਦੇਾਂਗੇ ਕੁਝ ਸਿਰ ਹੋਰ। ਹਾਂ, ਵਾਰ ਦੇਾਂਗੇ ਕੁਝ ਸਿਰ ਹੋਰ। ਦੇਖੋ, ਤੁਸੀਂ ਖਾਮਖਾ ਗੱਲ ਨੂੰ ਵਧਾ ਰਹੇ ਹੋ।
ਸਰਕਾਰ ਨੇ ਤੁਹਾਡੇ ਰੁਜ਼ਗਾਰ ਦਾ ਪੂਰਾ ਪ੍ਰਬੰਧ ਕੀਤਾ ਹੋਇਆ। ਰੁਜ਼ਗਾਰ ਦੇ ਨਾਂ ਤੇ ਲੋਕਾਂ ਦਾ ਘਾਣ ਕਰਨ ਵਾਲਿਓ, ਜ਼ਿੰਦਗੀ ਅਜੇ ਇੰਨੀ ਨਿਮਾਣੀ ਨਹੀਂ ਹੋਈ ਕਿ ਅਸੀਂ ਇਹਨਾਂ ਦਾ ਜ਼ਬਰ ਜ਼ੁਲਮ ਸਹਿ ਸਕੀਏ। ਲੋਕ ਡਰਪੋਕ ਨਹੀਂ ਹੁੰਦੇ, ਇਹ ਤਾਂ ਰੰਗ ਬਰੰਗੀਆਂ ਪਾਰਟੀਆਂ ਵਾਲੇ ਇਹਨਾਂ ਨਾਲ ਦਗਾ ਕਰ ਜਾਂਦੇ ਨੇ। ਪਰ ਹੁਣ ਹੋਰ ਨਹੀਂ, ਹੁਣ ਅਸੀਂ ਅੱਗੇ ਵਧਾਂਗੇ ਸਾਥੀਓ, ਅੱਗੇ ਵਧਾਂਗੇ। ਦੇਖੋ ਅੱਗੇ ਨਾ ਵਧੋ, ਸਾਡੀ ਮਜਬੂਰੀ ਆ, ਸਾਨੂੰ ਲਾਠੀ ਚਾਰਜ ਕਰਨਾ ਪਊ। ਸਾਨੂੰ ਕੁੱਟ-ਕੁੱਟ ਕੇ ਪਾਹਜ ਬਣਾਉਣ ਵਾਲਿਓ, ਇੱਕ ਗੱਲ ਜਾਣ ਲਵੋ, ਹੁਣ ਅਸੀਂ ਤੁਹਾਡੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਨਹੀਂ ਹੋਵਾਂਗੇ। ਉਹ ਰੰਗ ਬਰੰਗੇ ਵਪਾਰੀਓ, ਸਾਨੂੰ ਆਪਣੀ ਧਰਤੀ ਦੀ ਸੁਲੱਖਣੀ ਕੁੱਖ ਦੀ ਸਹੁੰ, ਅਸੀਂ ਆਪਣੀ ਜ਼ਿੰਦਗੀ ਦੀ ਮਾਂਗ ਨੂੰ ਉਜੜਨ ਨਹੀਂ ਦਵਾਂਗੇ। ਆਓ ਮਿਹਨਤ ਦੀਆਂ ਆਬਾਦੀਆਂ ਵਿੱਚ ਵੱਸਦੇ ਲੋਕੋ, ਧਰਤੀ ਦੇ ਝੀਲਾਂ, ਪਰਬਤਾਂ, ਸਾਗਰਾਂ ਤੇ ਖੇਤਾਂ ਵਿੱਚ ਦੀ ਗੀਤ ਗਾਉਂਦੇ ਲੰਘ ਜਾਈਏ। ਸ਼ੇਰਾ, ਅਸੀਂ ਤੁਹਾਡੀ ਮਜਬੂਰੀ ਸਮਝਦੇ ਹਾਂ, ਤੁਹਾਡੀ ਵੀ ਡਿਊਟੀ ਹੈ। ਤੁਸੀਂ ਸਾਡੇ ਧੀ ਪੁੱਤੋਂ, ਸਵੇਰ ਦੇ ਭੁੱਖੇ ਹੋਵੋਗੇ ਨਾਕੇ ਤੇ ਖੜੇ। ਅਸੀਂ ਤਾਂ ਪ੍ਰਸ਼ਾਦਾ ਛਕ ਲਿਆ, ਆ ਲਓ ਤੁਸੀਂ ਵੀ ਛਕ ਲਓ। ਸਿਹਤ, ਸਿੱਖਿਆ ਅਤੇ ਰੁਜ਼ਗਾਰ ਸਭ ਗਏ ਉਡਾਰੀ ਮਾਰ। ਉਹ ਮਾਂ ਵਰਗੀ ਹੁਣ ਗਈ ਜ਼ਮੀਨ, ਉੱਠ ਕੇ ਹੰਬੜਾ ਮਾਰ। ਲਾਠੀ ਗੋਲੀ ਜ਼ਬਰ ਜ਼ੁਲਮ ਤੋਂ ਕਦੇ ਵੀ ਲੋਕੀ ਰੁਕਦੇ ਨਾ, ਲੋਕ ਕਾਫਲੇ ਵੱਧਦੇ ਜਾਂਦੇ, ਕਦੇ ਝੁਕਾਇਆ ਚੁੱਕਦੇ ਨਾ, ਹੁਣ ਨਹੀਂ ਚੱਲਣਾ ਜ਼ਬਰ ਜ਼ੁਲਮ ਦਾ, ਇਹ ਜ਼ਬਰ ਦਫਨਾਵਾਂਗੇ, ਖੇਤਾਂ ਜਾਏ